मेरा नाम डॉक्टर अल्ला रंग है। मैं पंजाब एग्रीकल्चर यूनिवर्सिटी तो एज हैड डिपार्टमेंट ऑफ प्लांट ब्रीडिंग 2013 ਚ ਰਿਟਾਇਰ ਹੋਇਆ ਸੀ। ਉਸ ਤੋਂ ਪਹਿਲਾਂ ਹੀ ਅਸੀਂ ਇਹ ਜਿਹੜਾ ਫਲਾਵਰ ਸੀਡ ਐਕਸਪੋਰਟ ਦਾ ਕੰਮ ਸ਼ੁਰੂ ਕੀਤਾ ਹੋਇਆ ਸੀ ਮੇਰੇ ਛੋਟੇ ਬ੍ਰਦਰ ਦੇ ਨਾਲ। ਉਹ ਅਸੀਂ 1993 ਸ਼ੁਰੂ ਕੀਤਾ ਸੀ। ਉਹ ਅਸੀਂ ਹੌਲੀ ਹੌਲੀ ਹੁਣ ਕਾਫੀ ਵੱਡੇ ਲੈਵਲ 'ਤੇ ਕਰਦੇ ਹਾਂ। ਬਾਇਓਕਾਰਬ ਸੀਡ ਜਿਹੜਾ ਹੈ, ਇਸ ਦੇ ਅੰਡਰ ਅਸੀਂ ਫਲਾਵਰ ਸੀਡ ਐਕਸਪੋਰਟ ਦਾ ਕੰਮ ਕਰਦੇ ਹਾਂ। ਇਸ ਦੇ ਵਿੱਚ ਇਹ ਕਰਦੇ ਹਾਂ ਕਿ ਕੰਟੈਕਟ ਫਾਰਮਿੰਗ ਕਰਵਾਉਂਦੇ ਹਾਂ ਲਗਭਗ 200 ਕਿਸਾਨਾਂ ਤੋਂ। ਉਹ 200 ਕਿਸਾਨ ਜਿਹੜੇ ਹੈ ਉਹ ਪੰਜਾਬ 'ਚ ਵੀ ਹੈ, ਹਰਿਆਣੇ 'ਚ ਵੀ ਹੈ, ਰਾਜਸਥਾਨ 'ਚ ਵੀ ਹੈ, ਈਵਨ ਕਰਨਾਟਕਾ 'ਚ ਵੀ ਹੈ। ਉਹਨਾਂ ਦੀ ਪ੍ਰੋਡਕਸ਼ਨ ਲਿਆ ਕੇ ਇੱਥੇ ਅਸੀਂ ਦਬਲਾਨ ਦੇ ਵਿੱਚ ਉਹਨੂੰ ਕਲੀਨ ਕਰਦੇ ਹਾਂ। ਇੱਥੇ ਸਾਡਾ ਪ੍ਰੋਸੈਸਿੰਗ ਪਲਾਂਟ ਹੈ। ਉਸੇ ਤਰ੍ਹਾਂ ਅਸੀਂ ਆਪਣੇ ਫਾਰਮ 'ਤੇ 72 ਏਕੜ ਦੇ ਕਰੀਬ ਐਤਕੀ ਫੁੱਲ ਲੱਗੇ ਹੋਏ ਹਾਂ, ਅਤੇ ਉਹ ਕਦੇ 50 ਏਕੜ ਕਦੇ 60 ਏਕੜ ਇਸ ਤਰ੍ਹਾਂ ਆਪਣੇ ਫਾਰਮ 'ਤੇ ਆਪ ਵੀ ਲਾਉਂਦੇ ਹਾਂ। 150 ਦੇ ਕਰੀਬ ਵੈਰਾਈਟੀਜ਼ ਹੈ ਜਿਨ੍ਹਾਂ ਦਾ ਅਸੀਂ ਸੀਡ ਐਕਸਪੋਰਟ ਕਰਦੇ ਹਾਂ। ਸੀਡ ਐਕਸਪੋਰਟ ਦੀ ਜਿਹੜੀ ਜ਼ਿਆਦਾ ਤੋਂ ਜ਼ਿਆਦਾ ਕੁਆਂਟਿਟੀ ਹੈ ਉਹ USA ਜਾਂਦੀ ਹੈ। ਉਸ ਤੋਂ ਨੰਬਰ 2 'ਤੇ ਯੂਰਪ 'ਚ ਜਾਂਦੀ ਹੈ। ਯੂਰਪ ਦੇ ਵਿੱਚ ਬੜੇ ਕੰਟਰੀਜ਼ ਹੈ ਜਿਹੜੇ ਕਿ ਫੁੱਲਾਂ ਦੇ ਵਾਸਤੇ ਨੋਨ ਹੈ, ਜਿਸ ਤਰ੍ਹਾਂ ਹਾਲੈਂਡ, ਪੋਲੈਂਡ, ਜਰਮਨੀ, ਫਰਾਂਸ, UK। ਇਹ ਸਾਰੇ ਕੰਟਰੀਜ਼ ਜਿਹੜੇ ਹੈ ਇਹ ਬਹੁਤ ਜ਼ਿਆਦਾ ਫੁੱਲਾਂ ਦਾ ਬੀਜ ਇੰਪੋਰਟ ਕਰਦੇ ਹੈ। ਇਸੇ ਤਰ੍ਹਾਂ ਫਿਰ ਮਿਡਲ ਈਸਟ ਦੇ ਵਿੱਚ ਓਮਾਨ, ਈਰਾਨ, ਇਰਾਕ, ਟਰਕੀ, ਇਹ ਕੰਟਰੀਜ਼ ਹੈ ਜਿਹੜੇ ਬੀਜ ਇੰਪੋਰਟ ਕਰਦੇ ਆ। ਐਂਡ ਦੂਸਰੀ ਤਰਫ ਇੰਡੋਨੇਸ਼ੀਆ, ਜਾਪਾਨ, ਇਹ ਕੰਟਰੀਜ਼ ਹੈ ਜਿਨ੍ਹਾਂ ਨੂੰ ਅਸੀਂ ਸੀਡ ਭੇਜਦੇ ਹਾਂ। ਇਹ ਜਿਹੜਾ ਕੰਮ ਹੈ ਜੀ, ਇਹ ਇੱਕ ਫੈਮਿਲੀ ਬਿਜ਼ਨਸ ਹੈ ਸਾਡਾ। ਇਸ ਦੇ ਵਿੱਚ 2 ਮੇਰੇ ਸਨਸ ਹੈ, 2 ਬੱਚੇ ਹੈ, 2 ਸਨਸ ਹੈ, ਉਹ ਵੀ ਇਹਦੇ ਵਿੱਚ ਹੈ। ਮੇਰਾ ਛੋਟਾ ਬੇਟਾ ਜਿਹੜਾ ਸਿਮਰਾਨ ਹੈ ਉਹ MBA ਕਰਨ ਤੋਂ ਬਾਅਦ ਹੀ ਇਹਦੇ 'ਚ ਆ ਗਿਆ ਸੀ, ਅਤੇ ਉਹ ਇਸ ਦੇ ਵਿੱਚ ਹੀ ਹੈ ਸ਼ੁਰੂ ਤੋਂ। 2006 'ਚੋਂ ਉਹ ਇਹਦੇ ਵਿੱਚ ਹੈ। ਅਤੇ ਵੱਡਾ ਬੇਟਾ ਮੇਰਾ USA ਪੜ੍ਹਿਆ, ਉੱਥੇ ਹੀ ਉਹ ਜੋਬ ਕਰਦਾ ਸੀ। ਅਤੇ ਉਸ ਤੋਂ ਬਾਅਦ IBM ਬੈਂਗਲੌਰ ਆ ਗਿਆ ਸੀ। ਅਤੇ ਫਿਰ ਉਸ ਤੋਂ ਬਾਅਦ ਅਸੀਂ ਉਹਨੂੰ ਕਿਹਾ ਕਿ ਸਾਨੂੰ ਤੇਰੀ ਜ਼ਰੂਰਤ ਹੈ, ਤੂੰ ਸਾਡੇ ਕੋਲ ਆ। ਉਹ ਵੀ ਹੁਣ ਸਾਡੇ ਨਾਲ ਹੈ। ਉਹ ਸਾਡਾ IT ਦਾ ਕੰਮ ਦੇਖਦਾ ਅਤੇ ਸਾਡਾ ਕੁਆਲਿਟੀ ਕੰਟਰੋਲ ਦਾ ਕੰਮ ਦੇਖਦਾ। ਅਸੀਂ ਆਪਣੇ ਇੰਪਲੋਈਜ਼ ਦਾ ਧਿਆਨ ਵੀ ਬੜਾ ਰੱਖਦੇ ਹਾਂ। ਅਸੀਂ ਇੱਕ ਸਾਡੀ ਪੋਲਿਸੀ ਹੈ ਕਿ ਉਹਨਾਂ ਦੀਆਂ ਕੁੜੀਆਂ ਨੂੰ, ਉਹਨਾਂ ਦੇ ਜਿਹੜੇ ਗਰਲ ਚਾਈਲਡ ਹੈ, ਉਹਨੂੰ ਅਸੀਂ ਆਪਣੇ ਖਰਚੇ 'ਤੇ ਗੁੱਡ ਸਕੂਲ ਦੇ ਵਿੱਚ ਐਜੂਕੇਟ ਕਰਦੇ ਹਾਂ। ਕਿਉਂਕਿ ਹੁਣ ਤੱਕ ਜਿਹੜੇ ਸਰਕਾਰੀ ਸਕੂਲਾਂ ਦਾ ਹਾਲ ਬੜਾ ਮਾੜਾ ਸੀ। ਹੁਣ ਚਲੋ ਬੈਟਰ ਹੋਣਾ ਸ਼ੁਰੂ ਹੋਇਆ ਵਿਦ ਗੌਰਮੈਂਟ ਦੀ ਸੋਚ ਵਧੀ ਹੈ ਇੱਧਰ ਨੂੰ, ਤਾਂ ਅੱਛੀ ਗੱਲ ਹੈ। ਪਰ ਅਸੀਂ ਆਪਣੇ ਇੰਪਲੋਈਜ਼ ਦੀ ਪਹਿਲੇ ਦਿਨ ਤੋਂ ਹੀ ਇਹ ਰੱਖਿਆ ਹੋਇਆ ਕਿ ਉਹਨਾਂ ਦੀਆਂ ਕੁੜੀਆਂ ਨੂੰ ਅਸੀਂ ਪੜ੍ਹਾਵਾਂਗੇ ਇਨ ਗੁੱਡ ਸਕੂਲ। ਉਹਨਾਂ ਦੀ ਫੀਸ, ਉਹਨਾਂ ਦੇ ਕੱਪੜੇ, ਉਹਨਾਂ ਦਾ ਸਾਰਾ ਕੁਝ ਅਸੀਂ ਟੇਕ ਓਵਰ ਕਰਾਂਗੇ। ਆਪਣੀ ਬੈਕਗਰਾਊਂਡ ਬਾਰੇ ਦੱਸਦਾ। ਬੜੀ ਹੰਬਲ ਬੈਕਗਰਾਊਂਡ ਤੋਂ ਆਉਂਦੇ ਹਾਂ ਅਸੀਂ। ਮੇਰੇ ਫਾਦਰ ਹਾਰਟੀਕਲਚਰ ਸਬ ਇੰਸਪੈਕਟਰ ਸੀ। ਉਹ 47 ਦੇ ਵਿੱਚ ਪਾਕਿਸਤਾਨ ਮਾਈਗ੍ਰੇਟ ਨਹੀਂ ਹੋਏ, ਉਹ ਇੱਥੇ ਹੀ ਰਹਿ ਗਏ। ਅਤੇ ਮੇਰਾ ਬਰਥ 53 ਦਾ। ਅਤੇ ਉਹਨਾਂ ਨੇ ਇੱਥੇ ਰਹਿ ਕੇ, ਅਤੇ ਉਹਨਾਂ ਨੂੰ ਇੱਥੇ ਚੰਗਾ ਲੱਗਦਾ ਸੀ। ਇੱਥੇ ਰਹਿ ਕੇ ਉਹਨਾਂ ਨੇ ਸਭ ਤੋਂ ਜਿਹੜੀ ਵੱਡੀ ਵਿਜ਼ਨ ਉਹਨਾਂ ਦੀ ਸੀ ਉਹ ਇਹ ਸੀ ਕਿ ਬੱਚਿਆਂ ਨੂੰ ਪੜ੍ਹਾਉਣਾ। ਅਸੀਂ 4 ਭਾਈ ਸੀ। ਇੱਕ ਹਾਰਟੀਕਲਚਰ ਸਬ ਇੰਸਪੈਕਟਰ ਜੇ ਉਹ ਚਾਹੁੰਦੇ, ਅਤੇ ਜਦੋਂ ਮੈਂ 18 ਸਾਲ ਦਾ ਹੋਇਆ ਸੀ, ਅਤੇ ਮੈਨੂੰ ਉੱਥੇ ਆਮ ਖਾਸ ਬਾਗ ਕੰਮ ਕਰਦੇ ਸੀ, ਸਰਹੰਦ ਦੇ ਕੋਲ ਹੈ ਉਹ। ਉੱਥੇ ਮੈਨੂੰ ਉਹ ਬਾਗ 'ਚ ਮਾਲੀ ਲਾ ਲੈਂਦੇ, ਅਤੇ ਘਰ ਦੇ ਵਿੱਚ ਇਨਕਮ ਹੋਣੀ ਸ਼ੁਰੂ ਹੋ ਜਾਣੀ ਸੀ। ਉਹਨਾਂ ਨੇ ਇਹ ਨਹੀਂ ਕੀਤਾ। ਉਹਨਾਂ ਨੇ ਮੈਨੂੰ ਪਹਿਲਾਂ ਸਰਹੰਦ ਹੀ ਪੜ੍ਹਾਇਆ, ਫਿਰ ਉਸ ਤੋਂ ਬਾਅਦ ਪਟਿਆਲੇ ਭੇਜਿਆ, ਪਟਿਆਲੇ ਪੜ੍ਹਾਇਆ, ਫਿਰ ਉਸ ਤੋਂ ਬਾਅਦ ਲੁਧਿਆਣੇ ਭੇਜਿਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ। ਉੱਥੋਂ ਮੈਂ BSc MSc PhD ਕੀਤੀ। ਮਤਲਬ ਉਹ ਉਹਨਾਂ ਦੀ ਜਿਹੜੀ ਵਿਜ਼ਨ ਸੀ, ਉਹ ਵਿਜ਼ਨ ਨੇ ਸਾਨੂੰ ਇੱਕ ਇਸ ਤਰ੍ਹਾਂ ਦਾ ਬਣਾ ਦਿੱਤਾ ਕਿ ਹੁਣ ਅਸੀਂ ਆਪਣੇ ਬੱਚਿਆਂ ਨੂੰ ਵੀ ਇਹ ਸਿਖਾਉਂਦੇ ਕਿ ਪੜ੍ਹਾਈ ਜਿਹੜੀ ਹੈ ਉਹ ਕਦੇ ਵੀ ਖਰਾਬ ਨਹੀਂ ਹੁੰਦੀ, ਉਹ ਹਮੇਸ਼ਾ ਕੰਮ ਆਉਂਦੀ ਹੈ।
ਮੈਂ USA ਦੇ ਵਿੱਚ ਮਿਸ਼ੀਗਨ ਸਟੇਟ ਯੂਨੀਵਰਸਿਟੀ ਪੜ੍ਹਾਉਂਦਾ ਸੀ। ਉੱਥੇ ਮੈਨੂੰ ਕੋਈ ਬੰਦੇ ਮਿਲੇ ਜਿਹੜੇ ਕਹਿੰਦੇ ਸੀ ਕਿ USA ਦੇ ਹੀ ਸੀ ਉਹ ਕਹਿੰਦੇ ਕਿ ਇੱਥੇ ਸਾਡੇ ਜਿਹੜੀ ਫੁੱਲਾਂ ਦੀ ਖੇਤੀ ਕਰਨਾ, ਸੀਡ ਪ੍ਰੋਡਿਊਸ ਕਰਨਾ ਬਹੁਤ ਮਹਿੰਗਾ ਪੈਂਦਾ, ਕਿਉਂਕਿ ਲੇਬਰ ਕੰਪੋਨੈਂਟ ਉੱਥੇ ਉਸ ਕੰਟਰੀ ਦੇ ਵਿੱਚ ਬਹੁਤ ਜ਼ਿਆਦਾ ਮਹਿੰਗਾ। ਅਤੇ ਇਸ ਕਰਕੇ ਕਿਆ ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਕਿ ਇੰਡੀਆ ਦੇ ਵਿੱਚ ਇਸ ਦਾ ਸੀਡ ਪ੍ਰੋਡਿਊਸ ਕਰਿਆ ਜਾਵੇ? ਅਤੇ ਅਸੀਂ ਜਾ ਕੇ ਦੇਖਾਂਗੇ। 90 ਦੇ ਵਿੱਚ ਮੈਂ ਵਾਪਸ ਆਇਆ, ਆ ਕੇ ਫਿਰ ਮੈਂ ਕੋਸ਼ਿਸ਼ ਕੀਤੀ ਕਿ ਆਪਣੇ ਫਾਰਮ 'ਤੇ ਅਸੀਂ ਛੋਟੇ ਲੈਵਲ 'ਤੇ ਫੁੱਲਾਂ ਦਾ ਬੀਜ ਪ੍ਰੋਡਿਊਸ ਕਰਕੇ ਦੇਖੀਏ। ਪਹਿਲੇ ਸਾਲ ਅਸੀਂ 1993 ਦੇ ਵਿੱਚ ਥੋੜ੍ਹਾ ਜਿਹਾ ਬੀਜ 25 ਕਿਲੋ ਬੀਜ ਐਕਸਪੋਰਟ ਕੀਤਾ। ਉਸ ਤੋਂ ਬਾਅਦ ਸਾਨੂੰ ਲਗਭਗ 2 ਸਾਲ ਸਾਤੋਂ ਸੀਡ ਹੀ ਨਹੀਂ ਪੈਦਾ ਹੋਇਆ, ਕਿਉਂਕਿ ਸਾਨੂੰ ਪਤਾ ਹੀ ਨਹੀਂ ਸੀ ਕਿ ਸੀਡ ਕਿਸ ਤਰ੍ਹਾਂ ਪ੍ਰੋਡਿਊਸ ਕਰਨਾ, ਕਿਸ ਤਰ੍ਹਾਂ ਉਹਦਾ ਰੱਖ ਰਖਾਓ ਕਰਨਾ, ਕਿ ਜਾਂ ਬੀਜ ਜਿਹੜਾ ਉਹ ਬੈੱਡ 'ਤੇ ਬੀਜਣਾ ਕਰੋਪ ਜਾਂ ਫਲੈਟ ਸੋਇੰਗ ਕਰਨੀ ਹੈ, ਕਿਹੜਾ ਸੀਜ਼ਨ ਆ, ਅਕਤੂਬਰ 'ਚ ਬੀਜਣਾ, ਨਵੰਬਰ 'ਚ ਬੀਜਣਾ ਕਿ ਦਸੰਬਰ 'ਚ ਬੀਜਣਾ, ਕਿਸ ਤਰ੍ਹਾਂ ਉਹਨੂੰ ਪਾਣੀ ਲਾਉਣਾ, ਕਿੰਨਾ ਕੁ ਪਾਣੀ ਕਿਹੜੀ ਫਸਲ ਮੰਗਦੀ ਹੈ, ਕਿਹੜੀ ਫਸਲ ਨੂੰ ਕਿਹੜੇ ਕੀੜੇ ਲੱਗਦੇ ਆ, ਕਿਹੜੀਆਂ ਬਿਮਾਰੀਆਂ ਲੱਗਦੀਆਂ, ਕਿਹੜੀ ਫਸਲ ਨੂੰ ਕਿਸ ਤਰ੍ਹਾਂ ਤੋੜਨਾ, ਕਿਆ ਉਹਨੂੰ ਇਕੱਠੇ ਵੱਢ ਲੈਣਾ, ਕਿਆ ਉਹਨੂੰ ਅਸੀਂ ਇੱਕ ਫੁੱਲ ਕਰਕੇ ਤੋੜਨਾ, ਜਾਂ ਅਸੀਂ ਉਹਨੂੰ 2-3 ਵਾਰੀ ਤੋੜ ਕੇ ਖ਼ਤਮ ਕਰਨਾ। ਸਾਨੂੰ ਕੁਝ ਪਤਾ ਨਹੀਂ ਸੀ। ਇਸ ਕਰਕੇ ਅਸੀਂ ਉਹਨੂੰ ਸਿੱਖਣਾ ਸ਼ੁਰੂ ਕੀਤਾ। ਅਸੀਂ ਉਹਦੀ ਟੈਕਨੋਲੋਜੀ, ਉਹਨੂੰ ਕਹੀਏ ਪ੍ਰੋਡਕਸ਼ਨ ਟੈਕਨੋਲੋਜੀ, ਜਿਹਨੂੰ ਕਹਿੰਦੇ ਪੈਕੇਜ ਆਫ ਪ੍ਰੈਕਟਿਸ, ਉਹ ਅਸੀਂ ਸਿੱਖਣੀ ਸ਼ੁਰੂ ਕਰੀ ਹਰੇਕ ਕ੍ਰੌਪ ਦੀ। ਉਹ ਵਿਦ ਟਾਈਮ ਅਸੀਂ 2-3 ਸਾਲ ਦੇ ਵਿੱਚ ਉਹ ਸਿੱਖੇ। ਐਂਡ 1995 ਦੇ ਵਿੱਚ ਫਿਰ ਅਸੀਂ ਲਗਭਗ 1 ਕੁਇੰਟਲ 60 ਕਿਲੋ ਵੀ ਫਿਰ ਐਕਸਪੋਰਟ ਕੀਤਾ। ਉਸ ਤੋਂ ਬਾਅਦ ਫਿਰ ਉਹ ਸਾਡਾ ਜਿਹੜਾ ਸੀ ਕੰਮ ਉਹ ਵੱਧਦਾ ਗਿਆ। ਅਸੀਂ ਨਾਲ ਹੀ ਐਕਸਪੈਰੀਮੈਂਟ ਕਰਦੇ ਰਹੇ ਅਤੇ ਨਾਲ ਹੀ ਅਸੀਂ ਬਾਹਰ ਬੀਜ ਵੀ ਭੇਜਦੇ ਰਹੇ। ਅਤੇ 96-97 ਦੇ ਵਿੱਚ ਹੀ ਸਾਡੇ ਨਾਲ ਜਿਹੜੇ ਕਿਸਾਨ ਸੀ ਉਹ ਜੁੜਨੇ ਸ਼ੁਰੂ ਹੋ ਗਏ। ਅਸੀਂ ਉਹ ਜਿਹੜੀਆਂ ਫਸਲਾਂ ਅਸੀਂ ਟਰਾਈ ਕੀਤੀਆਂ ਹੋਈਆਂ ਸੀ ਉਹ ਉਹਨਾਂ ਨੂੰ ਦੇਣੀਆਂ ਸ਼ੁਰੂ ਕੀਤੀਆਂ। ਉਹ ਆਪਣੇ ਖੇਤ 'ਤੇ ਪ੍ਰੋਡਿਊਸ ਕਰਦੇ ਸੀ, ਉਹ ਲਿਆ ਕੇ ਸਾਨੂੰ ਉਹ ਇੱਥੇ ਦਿੰਦੇ ਸੀ, ਅਸੀਂ ਉਹਨਾਂ ਨੂੰ ਪ੍ਰੋਸੈਸ ਕਰਕੇ ਐਕਸਪੋਰਟ ਕਰਦੇ ਸੀ। ਉਸ ਦੇ ਨਾਲ ਹੀ ਫਿਰ ਅਸੀਂ ਜਿਹੜਾ ਕੰਟਰੈਕਟ ਫਾਰਮਿੰਗ ਦਾ ਪ੍ਰੋਸੈਸ ਹੈ ਉਹਨੂੰ ਵੀ ਰਿਫਾਈਨ ਕਰਿਆ ਕਿ ਕਿਸ ਤਰ੍ਹਾਂ ਅਸੀਂ ਇੱਕ ਲਿਖਤ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਪਹਿਲਾਂ ਕੰਟਰੈਕਟ ਕਰੀਏ, ਤਾਂ ਕਿ ਕਿਸਾਨ ਨੂੰ ਇਹ ਨਾ ਹੋਵੇ ਕਿ ਲਾਉਣ ਵੇਲੇ ਤਾਂ ਅਸੀਂ ਕਹੀਏ ਕਿ 1000 ਰੁਪਏ ਕਿਲੋ ਲਵਾਂਗੇ ਅਤੇ ਦਈਏ ਉਹਨਾਂ ਨੂੰ ਘੱਟ ਵੱਧ। ਉਹਨਾਂ ਨੂੰ ਲਿਖ ਕੇ ਪਹਿਲਾਂ ਦਿੰਦੇ ਸੀ, ਉਹ ਲਿਖ ਕੇ ਦੇਣਾ ਸ਼ੁਰੂ ਕਰਿਆ, ਉਹਦੇ ਸਾਈਨ, ਸਾਡੇ ਸਾਈਨ, ਉਹ ਇੱਕ ਪੱਕਾ ਸਿਸਟਮ ਬਣਾਇਆ। ਫਿਰ ਉਸ ਤੋਂ ਬਾਅਦ ਅਸੀਂ ਉਸ ਦੇ ਫਾਰਮ 'ਤੇ ਜਾ ਕੇ ਉਹਨੂੰ ਸਿਖਾਉਣਾ ਸ਼ੁਰੂ ਕਰਿਆ ਕਿ ਕੀ ਤੇਰੀਆਂ ਗਲਤੀਆਂ ਹੋ ਰਹੀਆਂ, ਕੀ ਤੂੰ ਕੰਮ ਕਰਨਾ ਚਾਹੀਦਾ, ਕਿਹੜੀ ਬਿਮਾਰੀ ਲੱਗੀ ਹੋਈ ਹੈ ਜਿਹਨੂੰ ਤੂੰ ਕੰਟਰੋਲ ਕਰਨਾ ਹੈ, ਕਿਹੜਾ ਕੀੜਾ ਲੱਗ ਰਿਹਾ ਜਿਹਨੂੰ ਕੰਟਰੋਲ ਕਿਸ ਤਰ੍ਹਾਂ ਕਰਨਾ। ਉਹ ਜਾ ਕੇ ਅਸੀਂ ਹਰੇਕ 15-20 ਦਿਨ ਜਾ ਕੇ ਉਹਦੇ ਫਾਰਮ 'ਤੇ ਉਹਨੂੰ ਦੱਸਣਾ ਸ਼ੁਰੂ ਕਰਿਆ ਵੀ ਆਹ ਤਰੀਕਾ ਹੈ ਤੈਨੂੰ ਫਸਲ ਪੂਰੀ ਪੈਦਾ ਕਰਨ ਦਾ। ਇਸ ਤਰ੍ਹਾਂ ਕਰਕੇ ਉਹ ਮਤਲਬ ਪ੍ਰੋਸੈਸ ਚੱਲਦਾ ਰਿਹਾ। ਫਿਰ ਸਾਨੂੰ ਲੱਗਿਆ ਕਿ ਜਿਹੜੀ ਅਸੀਂ ਪਨੀਰੀ ਪ੍ਰੋਡਿਊਸ ਕਰਕੇ ਦਿੰਦੇ ਹਾਂ ਫਾਰਮਰ ਨੂੰ, ਉਹ ਵੀ ਉੱਤੇ ਇੱਕ ਬੋਝ ਹੈ। ਅਸੀਂ ਉਹ ਪਨੀਰੀ ਵੀ ਉਹਨੂੰ ਫ੍ਰੀ ਆਫ ਕੋਸਟ ਦੇਣੀ ਸ਼ੁਰੂ ਕਰੀ। ਫ੍ਰੀ ਆਫ ਕੋਸਟ ਦੇਣੀ ਹੀ ਨਹੀਂ, ਉਹਦੇ ਫਾਰਮ 'ਤੇ ਜਾ ਕੇ ਛੱਡ ਕੇ ਆਉਣੀ। ਉਹਦਾ ਇਹ ਹੁੰਦਾ ਕਿ ਇੱਥੇ ਪਨੀਰੀ ਪ੍ਰੋਡਿਊਸ ਕਰੀ। ਸੀਡ ਸਾਰਾ ਲਗਭਗ ਇੰਪੋਰਟ ਹੁੰਦਾ, ਜਾਂ ਅਸੀਂ ਆਪਣਾ ਸੀਡ ਪਿਛਲੇ ਸਾਲ ਦਾ ਸੀਡ ਰੱਖਦੇ ਜਾਂ ਅਸੀਂ ਇੰਪੋਰਟ ਕਰਦੇ ਸੀਡ, ਉਸ ਦੀ ਫਿਰ ਪਨੀਰੀ ਪੈਦਾ ਕਰੀ ਜਾਂਦੀ ਹੈ। ਬੜੀਆਂ ਸਾਰੀਆਂ ਵੈਰਾਈਟੀਆਂ ਜਿਹੜੀਆਂ ਪਨੀਰੀ ਤੋਂ ਲੱਗਦੀਆਂ, ਕੁਝ ਵੈਰਾਈਟੀਆਂ ਸੀਡ ਤੋਂ ਵੀ ਲੱਗਦੀਆਂ। ਅਸੀਂ ਉਹਨੂੰ ਸੀਡ ਜਾਂ ਪਨੀਰੀ ਉਹਦੇ ਖੇਤ 'ਚ ਜਾ ਕੇ ਦੇਣਾ ਸ਼ੁਰੂ ਕਰਿਆ। ਉਹਦਾ ਕਾਰਨ ਇਹ ਸੀ ਕਿ ਕਿਸਾਨ ਨੂੰ ਜੇ ਪਹਿਲੇ ਦਿਨ ਹੀ ਕੋਸਟ ਪੈ ਜਾਏ ਕਿਸੇ ਕੰਮ ਦੀ, ਤਾਂ ਫਿਰ ਉਹਨੂੰ ਲੱਗਦਾ ਕਿ ਇਹ ਤਾਂ ਬੜਾ ਔਖਾ ਹੋ ਗਿਆ। ਤਾਂ ਇਸ ਕਰਕੇ ਉਹਨੂੰ ਕਿਸੇ ਤਰ੍ਹਾਂ ਦੀ ਕੋਸਟ ਪਈ ਨਾ। ਅਸੀਂ ਜਾ ਕੇ ਉਹਨੂੰ ਦੱਸਣਾ ਕਿ 2 ਲਾਈਨਾਂ ਬੈੱਡ 'ਤੇ ਲੱਗਣੀਆਂ, ਬੈੱਡ 'ਤੇ ਕਿੰਨੀ ਦੂਰ ਉਹ ਪਲਾਂਟ ਲਾਉਣਾ, ਉੱਥੇ ਜਾ ਕੇ ਕਰਾਉਣਾ ਸ਼ੁਰੂ ਕਰਿਆ। ਸੋ ਅਸੀਂ ਸਾਡੀਆਂ 2 ਟੀਮਾਂ ਬਣਾਈਆਂ ਫਿਰ, ਜਿਹੜੇ ਸਾਡੇ ਐਕਸਪੀਰੀਅੰਸ ਮੁੰਡਿਆਂ ਦੀਆਂ, ਉਹ ਜਾ ਕੇ ਉਹਨਾਂ ਨੂੰ ਸੀਡਲਿੰਗ ਦੇ ਕੇ ਆਉਂਦੇ ਅਤੇ ਨਾਲੇ ਉਹਨਾਂ ਨੂੰ ਦੱਸ ਕੇ ਆਉਂਦੇ। ਇਸ ਤਰ੍ਹਾਂ ਫਿਰ ਉਹ ਜਦ ਸੀਡ ਕੱਢ ਕੇ ਲਿਆਉਂਦੇ ਆ ਇੱਥੇ, ਉਹ ਜਿਹੜਾ ਸੀਡ ਉਹਨਾਂ ਨੇ ਸਪੋਜ਼ਿੰਗ 10 ਬੋਰੀਆਂ ਕੱਢ ਲਈਆਂ, ਉਹ 10 ਬੋਰੀਆਂ ਅਸੀਂ ਆਪਣੀ ਗੱਡੀ ਭੇਜ ਕੇ ਚੱਕ ਵੀ ਲੈਂਦੇ ਹਾਂ ਇੱਥੇ। ਉਹ ਸਾਡੇ ਕੋਲ ਆ ਗਿਆ ਇੱਥੇ ਸੀਡ, ਜਦ ਸਾਡੇ ਕੋਲ ਆ ਗਿਆ ਉਹ ਫਿਰ ਸਾਡੇ ਕੋਲ ਪਿਆ ਰਹਿੰਦਾ ਇੱਥੇ। ਪਰ ਉਹ ਜਿਹੜੀ ਕੋਸਟ ਹੈ, ਜਿਸ ਤਰ੍ਹਾਂ ਜੇ 1000 ਰੁਪਏ ਕਿਲੋ ਕਿਸੇ ਬੀਜ ਦੀ ਕੀਮਤ ਹੈ, ਉਹ ਉਹਨੂੰ ਦੇਣੀ ਹੈ ਅਸੀਂ ਸਾਫ਼ ਬੀਜ ਦੀ, ਗ੍ਰੇਡਡ ਬੀਜ ਦੀ।
ਉਹ ਗ੍ਰੇਡਿੰਗ ਕਰਾਉਣ ਵਾਸਤੇ ਕਿਸਾਨ ਨੂੰ ਆਪਣੇ ਆਪ ਆਉਣਾ ਪੈਂਦਾ। ਅਸੀਂ ਇਹ ਨਹੀਂ ਕਿ ਉਹਨਾਂ ਦਾ 10 ਬੋਰੀਆਂ ਚੱਕ ਲਿਆ ਅਤੇ ਉਹਨੂੰ ਸਾਫ਼ ਕਰਕੇ ਕਿਹਾ ਜੀ 5 ਰਹਿ ਗਈਆਂ, 5 ਖਤਮ ਹੋ ਗਿਆ ਨਾ, ਇਸ ਤਰ੍ਹਾਂ ਨਹੀਂ ਕਰਦੇ। ਉਹਨਾਂ ਦੇ ਸਾਹਮਣੇ ਸਾਫ਼ ਕਰਦੇ ਆ। ਕਿਸਾਨ ਆਪਣੇ ਸਾਹਮਣੇ ਖੜ੍ਹਦਾ ਇੱਥੇ, ਉਹ ਆਪਣੇ ਸਾਹਮਣੇ ਖੜ੍ਹ ਕੇ ਉਹਨੂੰ ਬੀਜ ਨੂੰ ਸਾਫ਼ ਕਰਾਉਂਦਾ। ਉਹਦਾ ਰਹਿਣ ਦਾ ਇੰਤਜ਼ਾਮ ਹੁੰਦਾ ਇੱਥੇ, ਉਹਦੇ ਖਾਣ ਪੀਣ ਦਾ ਇੰਤਜ਼ਾਮ ਹੁੰਦਾ। ਇਸ ਕਰਕੇ ਕਿਸਾਨ ਨੂੰ ਖੜ੍ਹੇ ਕਰਨਾ ਬਹੁਤ ਜ਼ਰੂਰੀ ਸੀ ਤਾਂ ਕਿ ਉਹਦਾ ਭਰੋਸਾ ਬਣ ਸਕੇ ਸਾਡੇ 'ਤੇ। ਅਤੇ ਉਹ ਹੁਣ ਆਪਣੇ ਆਪ ਅਸੀਂ ਜਦ ਤੱਕ ਕੋਈ ਆਉਂਦਾ ਨਹੀਂ ਅਸੀਂ ਉਹਦਾ ਬੀਜ ਸਾਫ਼ ਨਹੀਂ ਕਰਦੇ। ਜਦੋਂ ਆਉਂਦਾ ਉਦੋਂ ਹੀ ਤਾਂ ਅਸੀਂ ਬੀਜ ਉਹਦਾ ਸਾਫ਼ ਕਰਦੇ ਅਤੇ ਉਹ ਸਾਫ਼ ਕਰਕੇ ਫਿਰ ਉਹਨੂੰ ਅਸੀਂ ਪੇਮੈਂਟ ਸਲਿੱਪ ਇਸ਼ੂ ਕਰ ਦਿੰਦੇ ਹਾਂ। ਉਹ ਪੇਮੈਂਟ ਅਸੀਂ 2 ਹਿੱਸਿਆਂ ਦੇ ਵਿੱਚ ਕਰਕੇ ਪਹਿਲੀ 10 ਕੁ ਦਿਨ ਦੇ ਵਿੱਚ, ਅਗਲੀ 45 ਦਿਨ ਦੇ ਵਿੱਚ ਉਹਨੂੰ ਪੂਰੀ ਪੇਮੈਂਟ ਕਰ ਦਿੰਦੇ। ਇਹ ਜਿਹੜੀ ਫਸਲ ਹੈ ਜੀ, ਇਹ ਕਣਕ ਨੂੰ ਰਿਪਲੇਸ ਕਰਦੀ ਹੈ। ਮਤਲਬ ਕਣਕ ਦੇ ਸੀਜ਼ਨ 'ਚ ਹੁੰਦੀ ਹੈ। ਕਣਕ ਦਾ ਸੀਜ਼ਨ ਹੈ ਅਕਤੂਬਰ ਨਵੰਬਰ ਤੋਂ ਲੈ ਕੇ ਅਪ੍ਰੈਲ ਤੱਕ, ਅਤੇ ਉਹੀ ਸੀਜ਼ਨ ਸਾਡਾ ਵੀ ਹੈ। ਅਸੀਂ ਕਣਕ ਦੀ ਥਾਂ ਇਹ ਫਸਲ ਲਾਉਂਦੇ ਹਾਂ। ਕਣਕ ਜਿਹੜੀ ਹੈ ਉਹ 40,000 ਦੀ ਹੁੰਦੀ ਹੈ ਅਤੇ ਉਹ 'ਚੋਂ 8-7 ਹਜ਼ਾਰ ਰੁਪਏ ਖਰਚਾ ਹੋ ਜਾਂਦਾ। ਸਮਝ ਲਓ 30-32 ਹਜ਼ਾਰ ਰੁਪਏ ਉਹਨੂੰ ਬਚਦੇ। ਅਤੇ ਸਾਡੀ ਜਿਹੜੀ ਫਸਲ ਹੈ ਇਹ 20 ਅਕਤੂਬਰ ਨਵੰਬਰ 'ਚ ਲੱਗਦੀ ਹੈ ਅਤੇ ਇਹ ਦੇ ਦਿੰਦੀ ਆ ਉਹਨੂੰ 80,000 ਤੋਂ ਲੈ ਕੇ 1.5 ਲੱਖ ਰੁਪਇਆ ਪਰ ਏਕੜ ਤੱਕ ਇੱਕ ਕਰੋਪ ਦਾ, ਜਿਹੜਾ ਕਿ ਕਣਕ ਨਾਲੋਂ ਕਈ ਗੁਣਾ, 3 ਗੁਣਾ ਤਾਂ ਹੈ ਹੀ ਹੈ। ਜਿਹੜਾ ਅਸੀਂ ਕੰਮ ਸ਼ੁਰੂ ਕੀਤਾ ਸੀ ਨਾ ਜੀ, ਇਹ ਬੜਾ ਸਲੋ ਐਂਡ ਸਟੈਡੀ ਚੱਲੇ। ਜਿਹਨੂੰ ਕਹੀਏ ਕਿ ਜੇ ਅਸੀਂ ਅੱਜ ਕੱਲ੍ਹ ਦਾ ਜਿਹੜਾ ਜ਼ਮਾਨਾ ਨੇ ਜੀ, ਉਹ 'ਚ ਹਰੇਕ ਬੰਦਾ ਬਿਜ਼ਨਸ ਕਰਦਾ, ਉਹ ਕਹਿੰਦਾ ਮੈਂ ਓਵਰਨਾਈਟ ਹੀ ਕਰੋੜਪਤੀ ਬਣ ਗਿਆ। ਇਹ ਅਸੀਂ ਉਸ ਤਰ੍ਹਾਂ ਨਹੀਂ, ਅਸੀਂ ਹੌਲੀ ਹੌਲੀ ਚੱਲੇ, ਚੱਲ ਕੇ ਅਸੀਂ ਇੱਥੇ ਪਹੁੰਚੇ। ਅਸੀਂ ਇਹਨੂੰ 1993 ਤੋਂ ਸ਼ੁਰੂ ਕਰਕੇ ਹੁਣ ਤੱਕ ਅਸੀਂ ਇੱਕ ਅੱਛੀ ਬਿਜ਼ਨਸ ਵੀ ਖੜੀ ਕੀਤੀ ਹੈ। ਇਹਦੇ ਨਾਲ ਸਾਡੇ ਬਹੁਤ ਸਾਰੇ ਫਾਰਮਰ ਵੀ ਜੁੜੇ ਹੋਏ ਹਨ, ਬੜੀ ਸਾਰੀ ਵਿਲੇਜ ਲੇਬਰ ਵੀ ਜੁੜੀ ਹੋਈ ਹੈ। ਸਾਡੇ ਆਪਣੇ ਇੰਪਲੋਈਜ਼ ਵੀ ਹੈ ਜਿਹੜੇ ਇਸ ਕੰਮ ਨੂੰ ਕਰ ਰਹੇ ਹਨ, ਸਾਡੇ ਨਾਲ ਜੁੜੇ ਹੋਏ ਹਨ, ਸਾਡੇ ਨਾਲ ਕੰਮ ਕਰਦੇ ਹਨ। ਮਤਲਬ ਅਸੀਂ ਬੜੇ ਸਲੋਲੀ ਇਸ ਦੇ ਵਾਸਤੇ ਬਿਲਡਿੰਗਸ ਚਾਹੀਦੀਆਂ, ਸਟੋਰੇਜ ਚਾਹੀਦੀ ਹੈ, ਪ੍ਰੋਸੈਸਿੰਗ ਪਲਾਂਟ ਚਾਹੀਦਾ, ਜਰਮੀਨੇਸ਼ਨ ਲੈਬੋਰਟਰੀਜ਼ ਚਾਹੀਦੀਆਂ। ਉਹ ਸਾਰਾ ਕੁਝ ਅਸੀਂ ਹੌਲੀ ਹੌਲੀ ਸ਼ੁਰੂ ਕਰਕੇ ਕੀਤਾ। ਮਤਲਬ ਇਹ ਜਿਹੜੀ ਖੇਤੀ ਹੈ ਇਹ ਇੱਕਦਮ ਕਰਨ ਵਾਲੀ ਨਹੀਂ ਹੈ ਕਿ ਤੁਸੀਂ ਅੱਜ ਹੀ ਕੋਈ ਇਸ ਤਰ੍ਹਾਂ ਦਾ ਕੁਝ ਕਰ ਲਓ ਐਂਡ ਕੱਲ੍ਹ ਨੂੰ ਤੁਹਾਨੂੰ ਇਹ 'ਚੋਂ 1 ਏਕੜ 'ਚੋਂ 5 ਕਰੋੜ ਰੁਪਏ ਵੱਧ ਜਾਣਗੇ, 10 ਕਰੋੜ ਰੁਪਏ। ਨਾ, ਉਹ ਨਹੀਂ ਹੈ। ਇਹ ਬੜਾ ਸਲੋਲੀ ਚੱਲਣ ਵਾਲਾ ਕੰਮ ਹੈ। ਮੈਂ ਅਤੇ ਮੇਰੀ ਵਾਈਫ ਨੂੰ US ਦਾ ਗ੍ਰੀਨ ਕਾਰਡ ਮਿਲ ਗਿਆ ਸੀ। ਅਸੀਂ ਚਲੇ ਵੀ ਗਏ ਸੀ ਉੱਥੇ, ਬਟ ਜਿਸ ਤਰ੍ਹਾਂ ਦੀ ਮਿਹਨਤ ਯੂਨੀਵਰਸਿਟੀ 'ਚ ਕਰਦੇ ਸੀ ਜਾਂ ਜਿਸ ਤਰ੍ਹਾਂ ਦਾ ਕੰਮ ਇੱਥੇ ਸਾਡੇ ਕੋਲ ਸੀ, ਉਸ ਨੂੰ ਦੇਖ ਕੇ ਲੱਗਿਆ ਕਿ ਉੱਥੇ ਇੱਕ ਸਟੈਗਨੇਸ਼ਨ ਹੈ। ਉੱਥੇ ਇੱਕ ਉਸ ਬੱਚੇ ਵਾਸਤੇ ਤਾਂ ਠੀਕ ਹੈ ਜਿਹੜਾ ਯੰਗ ਬੱਚਾ ਜਾਂਦਾ, ਉਹਨੇ ਇੱਥੇ ਵੀ ਮਿਹਨਤ ਕਰਨੀ ਹੈ, ਉੱਥੇ ਵੀ ਮਿਹਨਤ ਕਰਨੀ ਹੈ, ਉਹ ਥੱਲੇ ਸ਼ੁਰੂ ਕਰਕੇ। ਸਾਡੇ ਵਰਗੇ ਜਿਹੜੇ 60 ਸਾਲ ਦੇ ਹੋ ਕੇ ਜਾਂ 58 ਸਾਲ ਦੇ ਹੋ ਕੇ ਜਾਂਦੇ ਆ, ਉਹਨਾਂ ਵਾਸਤੇ ਉੱਥੇ ਬੜਾ ਡਿਫੀਕਲਟ ਹੈ। ਉੱਥੇ ਕੰਮ ਕਰਨਾ ਆਪਣੇ ਨਾਲੋਂ ਬਹੁਤ ਡਿਫੀਕਲਟ ਹੈ। ਅਤੇ ਉਹ ਇੱਧਰ ਕੰਮ ਚੱਲਦਾ ਸੀ ਅਤੇ ਉਹ ਕੰਮ ਨੂੰ ਜਾਂ ਤਾਂ ਅਸੀਂ ਇੱਧਰੋਂ ਬੰਦ ਕਰਕੇ ਬੱਚਿਆਂ ਨੂੰ ਵੀ ਲੈ ਜਾਂਦੇ, ਫਿਰ ਉਹ ਹੋਰ ਗੱਲ ਸੀ, ਜਾਂ ਫਿਰ ਇਸ ਕੰਮ ਨੂੰ ਇੰਪਰੂਵ ਕਰਨ ਵਾਸਤੇ ਆਪ ਆ ਜਾਂਦੇ। ਫਿਰ ਅਸੀਂ ਮਤਲਬ 2 ਸਾਲ ਬਾਅਦ ਹੀ ਅਸੀਂ ਪਲਾਨ ਕੀਤਾ ਵੀ ਨਹੀਂ, ਅਸੀਂ ਸਾਡੇ ਵੱਸ ਦਾ ਨਹੀਂ ਹੈ। ਅਸੀਂ ਉੱਥੋਂ ਛੱਡ ਕੇ ਆ ਗਏ ਅਤੇ ਗ੍ਰੀਨ ਕਾਰਡ ਵਾਪਸ ਕਰਤੇ। ਅਤੇ ਹੁਣ ਅਸੀਂ ਮਤਲਬ ਇਸੇ ਕੰਮ ਨੂੰ ਬਹੁਤ ਧਿਆਨ ਨਾਲ ਦੇਖਦੇ ਹਾਂ, ਕਿਉਂਕਿ ਹੁਣ ਕੰਪਲੀਟ ਇੰਡੀਅਨ, ਫੁੱਲ ਇੰਡੀਅਨ ਹੋ ਗਿਆ ਅਤੇ ਇਸ ਕਰਕੇ ਅਸੀਂ ਇਸ ਨੂੰ ਬਹੁਤ ਵਧੀਆ ਤਰੀਕੇ ਨਾਲ ਕਰਦੇ ਹਾਂ। ਆਪਣੀ ਜਿਹੜੀ ਰਵਾਇਤੀ ਖੇਤੀ 'ਚ ਅਸੀਂ ਪਏ ਹੋਏ ਹਾਂ, ਕਿਉਂਕਿ ਰਵਾਇਤੀ ਖੇਤੀ ਨਾ ਸੌਖੀ ਹੈ। ਮਸ਼ੀਨ ਦੇ ਨਾਲ ਬੀਜੀ ਜਾਂਦੀ ਹੈ ਕਣਕ, ਮਸ਼ੀਨ ਦੇ ਨਾਲ ਝੋਨਾ ਲੱਗ ਜਾਂਦਾ। ਚਲੋ ਹਲੇ ਝੋਨਾ ਹੱਥ ਨਾਲ ਲਾਉਂਦੇ ਆਪਾਂ, ਪਰ ਮਸ਼ੀਨ ਵੀ ਆ ਗਈ ਹੈ। ਮਸ਼ੀਨੀਕਰਨ ਹੋ ਚੁੱਕਿਆ ਆਪਣੀ ਖੇਤੀ ਦਾ। ਇੱਕ ਟਾਈਮ ਸੀ ਜਦ ਪੰਜਾਬ ਹਰਿਆਣੇ ਨੂੰ ਕਿਹਾ ਜਾਂਦਾ ਸੀ ਤੁਹਾਨੂੰ ਅਨਾਜ ਪੈਦਾ ਕਰੋ, ਸਾਰੇ ਇੰਡੀਆ ਨੂੰ ਅਨਾਜ ਤੁਹਾਤੋਂ ਜਾਣਾ। ਅਸੀਂ ਲਗਭਗ 60 ਤੋਂ 65% ਜਿਹੜਾ ਅਨਾਜ ਹੈ ਸੈਂਟਰਲ ਪੂਲ ਦੇ ਵਿੱਚ ਪੰਜਾਬ ਹਰਿਆਣਾ ਦਿੰਦਾ ਸੀ। ਬਟ ਹੁਣ ਹਰੇਕ ਸਟੇਟ ਦੇ ਵਿੱਚ ਅਨਾਜ ਪੈਦਾ ਹੋਣ ਲੱਗ ਗਿਆ, ਅਤੇ ਇਸ ਕਰਕੇ ਆਪਣੇ ਅਨਾਜ ਦੀ ਹੁਣ ਉਹ ਕਦਰ ਨਹੀਂ ਰਹੀ ਜਿਹੜੀ ਕਿਸੇ ਵਕਤ ਹੁੰਦੀ ਸੀ। ਹੁਣ ਗੌਰਮੈਂਟ ਕਹਿੰਦੀ ਹੈ ਕਿ ਸਾਡੇ ਕੋਲ 3 ਸਾਲ ਦਾ ਅਨਾਜ ਸਰਪਲਸ ਪਿਆ। 10 ਸਾਲ ਪਹਿਲਾਂ ਵੀ ਸਾਨੂੰ ਪਤਾ ਸੀ ਕਿ ਅਨਾਜ ਸਾਡਾ ਇੰਨੇ ਸਾਲ ਬਾਅਦ ਸਰਪਲਸ ਹੋ ਜਾਏਗਾ। ਇੰਨੇ ਕੁ ਤਾਂ ਸਾਡੇ ਇਕਨੋਮਿਕਸ ਜਿਹੜੇ ਉਹ ਸਿਆਣੇ ਹੈ।
ਸਾਨੂੰ 10 ਸਾਲ ਪਹਿਲਾਂ ਇਹ ਸ਼ੁਰੂ ਕਰ ਲੈਣਾ ਚਾਹੀਦਾ ਸੀ ਕਿ ਅਸੀਂ ਇਸ ਤਰ੍ਹਾਂ ਦੀ ਖੇਤੀ ਨਾਲ ਸ਼ੁਰੂ ਕਰੀਏ। ਕਹਿੰਦੇ ਤਾਂ ਸੀ ਤੁਸੀਂ ਹੋਰ ਖੇਤੀ ਕਰੋ, ਡਾਇਵਰਸੀਫਾਈ ਕਰੋ ਖੇਤੀ ਨੂੰ, ਬਟ ਉਹ ਡਾਇਵਰਸੀਫਿਕੇਸ਼ਨ ਜਿਹੜੀ ਸੀ ਉਹ ਪ੍ਰੋਫਿਟੇਬਲ ਨਹੀਂ ਸੀ। ਕੋਈ ਵੀ ਖੇਤੀ ਤਾਂ ਚੇਂਜ ਕਰੇਗਾ ਜਦ ਉਹਨੂੰ ਝੋਨੇ ਦੇ ਬਰਾਬਰ ਪੈਸੇ ਮਿਲ ਜਾਣਗੇ ਜਾਂ ਉਹਨੂੰ ਕਣਕ ਤੋਂ ਜ਼ਿਆਦਾ ਪੈਸੇ ਮਿਲ ਜਾਣਗੇ, ਪਰ ਉਹ ਚੀਜ਼ ਕਰਦੇ ਨਹੀਂ ਸੀ। ਹੁਣ ਕੰਪਲਸ਼ਨ ਹੈ। ਹੁਣ ਲੋਕ ਸੋਚਦੇ ਆ ਕਿ ਸਾਨੂੰ MSP ਪਤਾ ਨਹੀਂ ਮਿਲੇਗਾ ਕਿ ਨਹੀਂ, ਜੇ ਮਾਰਕੀਟ ਪ੍ਰਾਈਸ 'ਤੇ ਹੋ ਜਾਏਗਾ ਤਾਂ ਮਾਰਕੀਟ ਪ੍ਰਾਈਸ ਬਹੁਤ ਘੱਟ ਹੋਏਗੀ, ਗੌਰਮੈਂਟ ਇਸ ਨੂੰ ਸਪੋਰਟ ਕਰੇਗੀ ਕਿ ਨਹੀਂ ਕਰੇਗੀ। ਹਾਲੇ ਤੱਕ ਤਾਂ ਇੰਨੀ ਦੇਰ ਦੀ ਐਜੀਟੇਸ਼ਨ ਚੱਲ ਰਹੀ ਹੈ, ਕੁਝ ਹੋਇਆ ਨਹੀਂ। ਤੋ ਇਸ ਕਰਕੇ ਹੁਣ ਇੱਕ ਕੰਪਲਸ਼ਨ ਹੈ ਕਿ ਅਸੀਂ ਆਪਣੇ ਆਪ ਨੂੰ ਹੁਣ ਵੀ ਚੇਂਜ ਕਰ ਲਈਏ, ਥੋੜ੍ਹੇ ਜਿਹੇ ਏਰੀਏ ਤੋਂ ਸ਼ੁਰੂ ਕਰਕੇ ਵੱਡੇ ਏਰੀਏ ਤੱਕ ਜਾਈਏ। ਅਸੀਂ ਤਾਂ ਸਿਰਫ 1000 ਏਕੜ ਕਰਨ ਵਾਲੇ ਹਾਂ, ਐਜ਼ ਕੰਪੇਅਰ ਟੂ ਕਣਕ ਜਿਹੜੀ ਆ ਉਹ 36-37 ਲੱਖ ਹੈਕਟੇਅਰ 'ਚ ਲੱਗਦੀ ਹੈ। ਅਸੀਂ ਤਾਂ ਕਰਦੇ ਹਾਂ 1000 ਏਕੜ, ਉਹ ਕੁਝ ਵੀ ਨਹੀਂ ਹੈ, ਇੱਕ ਬਿਲਕੁਲ ਹੀ ਕਹੀਏ ਝੁੰਗਾ ਹੀ ਆ। ਪਰ ਇਸ ਤਰ੍ਹਾਂ ਦੇ ਹੋਰ ਕੰਮ ਹੋ ਸਕਦੇ, ਇਸ ਤਰ੍ਹਾਂ ਦੇ ਹੋਰ ਕੰਮ ਕਰਨ ਵਾਲੇ ਖੜੇ ਕਰੇ ਜਾ ਸਕਦੇ ਬੰਦੇ, ਇਸ ਤਰ੍ਹਾਂ ਦਾ ਕੰਮ ਨੂੰ ਸੋਚਿਆ ਜਾ ਸਕਦਾ। ਜਦ ਅਸੀਂ ਸੋਚ ਕਰਾਂਗੇ ਤਾਂ ਅਸੀਂ ਉਹਦਾ ਕੋਈ ਤਰੀਕਾ ਵੀ ਕਰ ਲਾਂਗੇ ਕਿਸੇ ਕੰਮ ਨੂੰ ਕਰਨ ਦਾ। ਸੋ ਅਲੱਗ ਖੇਤੀਆਂ, ਜ਼ਿਆਦਾ ਪੈਸੇ ਦੇਣ ਵਾਲੀਆਂ ਖੇਤੀਆਂ ਕਰਨ ਦੀ ਜ਼ਰੂਰਤ ਹੈ।